ना ही पोलीटिकल तौर के उत्ते इसनूं अपने सौड़े हितां दे वास्ते इस हरमंदर साहब नूं वरतना चाहिए। अनफॉर्चुनेटली सब कुछ होया और उहदे नाल जो कुछ सिखां दे नाल होया, घट कमिटी दे नाल जिहड़ी छोटी कमिटी है वो बहुत ही वाकई इतिहास विच एक बड़ा काला धब्बा और उहदे च कांग्रेसी लीडर भी सी। उहदे च अपने आप नूं जिहड़े बचाउण दी कोशिश करदे RSS जिहड़े सी ये लगातार ही कोशिश करती रही है अडवाणी तो लैके वाजपेयी तो लैके भी छेती हमला करो, करते क्यों नहीं तुसीं हरमंदर साहब से सारे उकसाया गया। ये इक्वली पार्ट है उन्होंने, ये इक्वली ये अपने आप को बचा नहीं सकते। RSS वाले अज बहुत जो मर्जी करते रहन अपने इकट्ठे माल इन्होंने सी और बड़ा माड़ी घटना से निखेधी करते हैं, बहुत माड़ी गल हुई। सन 1984 ਦੇ ਵਿੱਚ ਤੁਸੀਂ ਕਿਸੇ ਰਾਜਨੀਤੀ ਪਾਰਟੀ ਸਪੋਰਟ ਕੀਤੀ ਸੀ जो हमला है बिल्कुल सही होया हरमंदर साहब जी? और इस अकाली पार्टी और कांग्रेस दोनों ही जिम्मेवार है। मिस हैंडलिंग की है अकालियां ने, पहला संविधान आप प्रकाश सिंह बादल ने संविधान पालना, खालिस्तान की गल करनी, सिख स्टेट की गल करनी, ये इदां ਦੀਆਂ ਗੱਲਾਂ ਵੱਖਵਾਦੀ ਗੱਲਾਂ ਕਰਦੇ ਰਹੇ। ਜਦੋਂ ਪਾਵਰ ਆਉਂਦੇ ਉਹ ਛੱਡ ਜਾਂਦੇ ਆ ਸਾਰੀਆਂ ਗੱਲਾਂ। कि खालिस्तान की डिमांड करना सिखा वास्ते बिल्कुल सही है, पर ਅਸੀਂ ਖਾਲਿਸਤਾਨ ਮੰਗ ਕਰੀਏ, ਦੇਸ਼ ਨਾਲੋਂ ਵੱਖਰੇ ਹੋ ਜਾਈਏ, ਇਹ ਪਾਕਿਸਤਾਨ ਉਹਨਾਂ ਨੇ ਧਰਮ ਦੇ ਆਧਾਰ ਦੇ ਉੱਤੇ ਪਾਕਿਸਤਾਨ ਬਣ ਗਿਆ। ਉਹ ਕਿੰਨੀ ਕੁ ਡਿਵੈਲਪਮੈਂਟ ਕਰ ਲਈ ਉਹਨਾਂ ਨੇ, ਕੀ ਵੱਖਰੀ ਕੀ ਚੀਜ਼ ਕੀ ਪ੍ਰਾਪਤੀ ਕਰ ਲਈ ਸਾਰੀ ਦੁਨੀਆ 'ਚ। ਅਸੀਂ ਕਹੀਏ ਵੀ ਸਾਡੇ ਹਿੰਦੁਸਤਾਨ ਨਾਲ ਖਾਲਿਸਤਾਨ ਜੇ ਵੱਖਰਾ ਕਰਕੇ ਤੁਸੀਂ ਕੀ ਕਰ ਲਓਗੇ? ਤੁਸੀਂ ਖਾਲਿਸਤਾਨ ਬਣਾ ਕੇ ਫਿਰ ਇਹ ਊੜਿਆੜੇ ਤੋਂ ਸ਼ੁਰੂ ਕਰੋਗੇ, ਜ਼ੀਰੋ ਤੋਂ ਸ਼ੁਰੂ ਕਰੋ। ਸਾਨੂੰ ਸਿਹਤ ਚਾਹੀਦੀ, ਸਾਨੂੰ ਇਲਾਜ ਚਾਹੀਦਾ, ਸਭ ਕਰਦੇ ਅਸੀਂ ਹੁਣੇ ਕਿਉਂ ਨਾ ਕਰੀਏ? ਸਾਰੇ ਦੇਸ਼ 'ਚ ਮੰਗ ਕਰੀਏ ਅਸੀਂ। वो पुराना टाइम चला गया कि तब वक्त और था अब वक्त और है, तब हम गुलाम थे अब हम आज़ाद हैं, अभी वक्त बदल गया है। तो इस तरीके नाल फिर जवाहर लाल नेहरू कोई कहते हैं जाके फिर तुहानूं लगदा भी सिख उत्थे ही इस चीज़ नूं लैके डिमांड खड़ी हो जाती है भी अज साडे वादे मुक्कर गए ने, आउंदे साल विच जे असीं नाल रवांगे तो होर किहड़े-किहड़े सानूं इहो जी चीज़ां जिहड़ियां हैगीआं ने जो सानूं सरकार भुला देवेगी। परसों बयान आया ज्ञानी हरप्रीत सिंह दा कि जे सरकार दवे खालिस्तान तां उन्हां नूं लैण विच गुरेज नहीं। उन्होंने ये भी गल कही है अन्ना की भाले चार अखां। फिर तुहानूं लगदा कि जो उन्होंने बयान दिता बिल्कुल सही दिता है? ਅਸੀਂ ਕਹਿੰਦੇ ਬਹੁਤ ਹੀ ਮਾੜਾ ਅਨਫੋਰਚੂਨੇਟ ਹੈ, ਮੰਦਭਾਗੀ ਹਾਲਤ ਗੱਲ ਇਹ ਨਹੀਂ ਕਰਨੀ ਚਾਹੀਦੀ। ਮੁੜ ਕੇ ਫਿਰ ਤੁਸੀਂ ਇੱਕ 22-23 ਹਜ਼ਾਰ ਲੋਕਾਂ ਸ਼ਹੀਦ ਕਰਵਾ ਕੇ ਮਸਲ ਸ਼ਾਂਤੀ ਕਾਇਮ ਕੀਤੀ ਪੰਜਾਬ 'ਚ। ਹੁਣ ਫਿਰ ਤੁਸੀਂ ਅੱਗ ਲਾਉਣਾ ਚਾਹੁੰਦੇ ਆ। ਫਿਰ ਖਾਲਿਸਤਾਨ ਦੀ ਗੱਲ ਕਿਉਂ ਸ਼ੁਰੂ ਕਰੀਏ ਅਸੀਂ? ਕਿੰਨੀ ਦੂਰ ਤਬਾਹ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ RSS ਵਾਲੇ ਜਿਹੜੇ ਰਾਜ ਕਰ ਰਹੇ BJP ਉਹ ਤਾਂ ਕਹਿ ਰਹੇ ਹਿੰਦੂ ਸਟੇਟ ਬਣਾਉਣੀ ਹੈ, ਇਹ ਕਹਿੰਦੇ ਖਾਲਿਸਤਾਨ ਬਣਾਉਣੀ ਹੈ। ਇਹ ਅੱਗ ਲਾਉਣ ਵਾਲੀਆਂ ਫਿਰਕੂ ਭਾਵਨਾ ਜਿਹੜੀਆਂ ਦੋਵੇਂ ਇਕੱਠੀਆਂ ਕਿਵੇਂ ਬੈਠੀਆਂ? ਜਵਾਬ ਦੇਣ, ਦੋਵੇਂ ਜਵਾਬ ਦੇਣ ਵੀ ਆਇਆ ਵੀ ਖਾਲਿਸਤਾਨ ਜੇ ਤੁਸੀਂ ਦੇਣ ਨੂੰ ਤਿਆਰ ਹੈ ਜਾਂ ਖਾਲਿਸਤਾਨ ਦੀ ਗੱਲ ਜਿਹੜੀ ਇਹ ਕਹਿ ਰਹੇ ਅਕਾਲੀ ਪਾਰਟੀ ਵਾਲੇ ਤੁਸੀਂ ਇਹਦੇ ਨਾਲ ਸਹਿਮਤ ਹੋ? ਹਰਸਿਮਰਤ ਕੌਰ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਔਰ BJP ਮੋਦੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਹੈ। ਜਿਹੜੇ ਫੋਰਨ ਏਜੰਸੀਆਂ ਦੇ ਰਾਹੀਂ ਅੱਜ ਵੀ ਬੈਠੇ ਜਿਹੜੇ ਬਾਹਰੋਂ ਪੈਸਾ ਲੈ ਕੇ ਤੇ ਬਾਹਰ ਬੈਠੇ ਬੜੇ ਐਸ਼ ਕਰ ਰਹੇ ਬਾਹਰ और गल्लां कर रहे 2020 ਦੀਆਂ 2020 ਦੀਆਂ ਗੱਲਾਂ ਕਰਦੇ, ਰੈਫਰੈਂਡਮ ਦੀਆਂ ਗੱਲਾਂ ਕਰਦੇ ਆ। ਹਾਂਜੀ ਇੱਥੇ ਆ ਕੇ ਕਰਨ, ਫਿਰ ਆ ਕੇ ਅੱਗ ਲਾ ਕੇ ਬਾਹਰੋਂ ਅੱਗ ਲਾਉਣੀ ਸੌਖੀ ਹੈ ਪੈਸੇ ਦੇ ਕੇ ਬੱਚਿਆਂ ਨੂੰ, ਆ ਕੇ ਇੱਥੇ ਕਰਨ। ਅਸੀਂ ਵੇਖੀਏ ਫਿਰ ਕਿੰਨਾ ਤੁਸੀਂ ਲੜਦੇ ਆ ਵੀ ਪੰਜਾਬ ਦੇ ਲੋਕਾਂ ਨੂੰ। ਜੇ ਪੰਜਾਬ ਦੇ ਲੋਕ ਚਾਹਣਗੇ ਸਾਰੇ ਪੰਜਾਬੀ ਫਿਰ ਅਸੀਂ ਮੰਨ ਲਾਂਗੇ। ਹੈ ਹੀ ਨਹੀਂ, ਪੰਜਾਬ ਦੇ ਲੋਕ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਆਪਣੇ ਹੱਥ ਸਾੜ ਚੁੱਕੇ ਹੈ, ਬੱਚੇ ਮਰਵਾ ਚੁੱਕੇ ਹੈ। ਖਾਲਿਸਤਾਨ ਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਨਾ ਇਹ ਗੱਲ ਹੋਣੀ, ਅਸੀਂ ਡਟ ਕੇ ਵਿਰੋਧ ਕਰਾਂਗੇ। ਇਹ ਗਲਤ ਹੱਥਾਂ 'ਤੇ ਨਹੀਂ ਚੜ੍ਹਨਾ ਚਾਹੀਦਾ। 6 ਜੂਨ 1984 ਜੋ ਕਿ ਇੱਕ ਬਹੁਤ ਹੀ ਮੰਦਭਾਗਾ ਦਿਨ ਸੀ ਤੇ ਜਿਸ ਤਰੀਕੇ ਨਾਲ ਭਾਰਤੀ ਫੌਜੀ ਵੱਲੋਂ ਉੱਥੇ ਅਟੈਕ ਕੀਤਾ ਜਾਂਦਾ, ਉਸ ਤੋਂ ਬਾਅਦ ਸਿੱਖਾਂ ਦੇ ਦਿਲ ਜਿਹੜੇ ਨੇ ਵਲੂੰਦੇ ਜਾਂਦੇ ਨੇ, ਤਾਂ ਇਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਨਿਖੇਧੀ ਵੀ ਹੁੰਦੀ ਹੈ ਤੇ ਪ੍ਰੋਟੈਸਟ ਵੀ ਹੁੰਦੇ ਨੇ। ਆਪਾਂ ਜਿਵੇਂ ਦੇਖਦੇ ਆਏ ਸੀ ਕਿ ਉਸ ਸਮੇਂ ਦੀ ਸਰਕਾਰਾਂ ਨੇ ਕੀ ਕੀਤਾ, ਚਾਹੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ, BJP ਦੀ ਗੱਲ ਕਰ ਲਈਏ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ। ਆਪਾਂ ਅੱਜ ਗੱਲਬਾਤ ਕਰਾਂਗੇ ਕਮਿਊਨਿਸਟ ਪਾਰਟੀ ਦੀ, ਯਾਨੀ ਕਿ ਕਾਮਰੇਡ ਜੋ ਕਿ ਉਸ ਸਮੇਂ ਮੌਜੂਦ ਸਨ ਤੇ ਉਹਨਾਂ ਨੇ ਉਸ ਦਰਮਿਆਨ ਕੀ ਸਹਿਯੋਗ ਕੀਤਾ ਤੇ ਉਹਨਾਂ ਦੀ ਉਸ ਸਮੇਂ ਕੀ ਐਕਟੀਵਿਟੀ ਸੀ। ਉਹਨਾਂ ਦੇ ਬਿਆਨ ਵੀ ਆਏ ਸਨ ਤੇ ਅੱਜ ਸਾਡੇ ਨਾਲ ਕਮਿਊਨਿਸਟ ਪਾਰਟੀ ਦੇ ਬੰਦ ਸਿੰਘ ਬਰਾੜ ਜੁੜੇ ਹੋਏ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪੰਜਾਬ ਦੇ ਸਕੱਤਰ ਨੇ ਕਿ 84 ਦੇ ਵਾਕਿਆਂ ਨੂੰ ਉਹ ਕਿੱਦਾਂ ਦੇਖਦੇ ਨੇ ਤੇ ਕੁਝ ਦਿਨ ਪਹਿਲਾਂ ਯਾਨੀ ਕਿ ਪਰਸੋਂ ਹੀ ਜਥੇ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਆਉਂਦਾ ਖਾਲਿਸਤਾਨ ਉੱਪਰ। ਆਪਾਂ ਉਹਦੇ ਬਾਰੇ ਵੀ ਇਹਨਾਂ ਕੋਲ ਪ੍ਰਤੀਕਿਰਿਆ ਲਵਾਂਗੇ ਤਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਮਿਊਨਿਸਟ ਪਾਰਟੀ ਹੁਣ ਜਿਸ ਤਰੀਕੇ ਨਾਲ ਆਪਣੀ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਕਿ ਇਸ ਕੰਮਾਂ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਆਪਣੀ ਹੁਣ ਜਗ੍ਹਾ ਬਣਾ ਪਾਏਗੀ। ਪਰ ਸਭ ਤੋਂ ਪਹਿਲਾ ਸਵਾਲ ਆਪਣਾ ਇਹੀ ਹੋਏਗਾ ਕਿ 84 ਦੇ ਵਿੱਚ ਕਾਮਰੇਡਾਂ ਦਾ ਰੋਲ ਕੀ ਰਿਹਾ ਸੀ, ਕਾਮਰੇਡਾਂ ਨੇ ਉਸ ਸਮੇਂ ਕੀਤਾ ਕੀ ਸੀ, ਕਿ ਉਹ ਅੱਜ ਇਸ ਚੀਜ਼ ਦੀ ਜਿਵੇਂ ਦੁਨੀਆ ਵਿੱਚ ਤਾਂ ਨਿਖੇਧੀ ਹੋ ਰਹੇ ਨੇ, ਇਹ ਵੀ ਨਿਖੇਧੀ ਕਰਦੇ ਨੇ ਕਿ ਹਮਲਾ ਨਹੀਂ ਹੋਣਾ ਚਾਹੀਦਾ। ਪਰ ਸਾਰੀ ਗੱਲਬਾਤ ਆਪਾਂ ਇਹਨਾਂ ਕੋਲ ਹੀ ਜਾਣਾਂਗੇ। ਪਤਾ ਹੀ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ सन 84 ਦੀ ਜਦੋਂ ਆਪਾਂ ਗੱਲ ਕਰਨੇ ਉਸ ਸਮੇਂ ਕਾਂਗਰਸ ਪਾਰਟੀ ਦੀ ਵੀ ਗੱਲ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਵੀ ਗੱਲ ਹੁੰਦੀ ਹੈ, ਕਾਮਰੇਡ ਤਬਕੇ ਦੀ ਵੀ ਗੱਲ ਹੁੰਦੀ ਹੈ।
ਤੁਸੀਂ ਉਸ ਸਮੇਂ ਕੀਤਾ ਕੀ ਸੀ ਗਰਾਊਂਡ ਜ਼ੀਰੋ ਤੇ ਜਾ ਕੇ, ਜਾਂ ਇਸ ਜੋ ਹਮਲਾ ਹੋਇਆ ਸੀ ਉਸ ਤੋਂ ਬਾਅਦ ਤੁਹਾਡੇ ਵੀ ਕਈ ਬਿਆਨ ਆਏ ਸੀ, ਤੁਸੀਂ ਇਸ ਚੀਜ਼ ਨੂੰ ਵੀ ਕਹਿੰਦੇ ਆਏ ਹੋ ਕਿ ਇਹ ਹਮਲਾ ਨਹੀਂ ਹੋਣਾ ਸੀ, ਨਿਖੇਧੀ ਵੀ ਕੀਤੀ ਹੈ, ਪਰ ਅੱਜ 36 ਸਾਲ ਬੀਤ ਗਏ ਨੇ, 36 ਸਾਲ ਬੀਤ ਜਾਣ ਤੋਂ ਬਾਅਦ ਵੀ ਕਾਮਰੇਡ ਜਿਹੜੇ ਨੇ ਉਹ ਹੁਣ ਕੀ ਮੰਨਦੇ ਨੇ, ਜਾਂ ਉਸ ਸਮੇਂ ਤੁਹਾਡੇ ਕੀ ਬਿਆਨ ਸਨ? ਦੇਖੋ ਜੀ ਵਿਜੇ ਜੀ, ਗੱਲ ਇਹ ਹੈ ਵੀ ਇੱਕ ਲੰਮੀ ਸਟੋਰੀ ਹੈ। ਵੈਸੇ ਤਾਂ ਹਰਿਮੰਦਰ ਸਾਹਿਬ ਜਿਹੜਾ ਹੈ ਇਹ ਇਕੱਲੇ ਸਿੱਖਾਂ ਦਾ ਨਹੀਂ, ਇੱਕ ਮਾਨਵਤਾ ਦਾ, ਪੀਸ ਦਾ, ਅਮਨ ਦਾ, ਭਾਈਚਾਰੇ ਦਾ, ਸਾਂਝੀਵਾਲਤਾ ਦਾ ਇੱਕ ਬੜਾ ਵੱਡਾ ਕੇਂਦਰ ਹੈ। ਗੁਰੂਆਂ ਨੇ ਚਾਰੇ ਦਰਵਾਜ਼ੇ ਖੁੱਲ੍ਹੇ ਰੱਖੇ ਸਾਰੇ ਧਰਮਾਂ ਵਾਸਤੇ। ਇੱਕ ਬਹੁਤ ਵੱਡਾ ਇਤਿਹਾਸਕ ਸੈਂਟਰ ਹੈ। ਦੁਨੀਆ ਭਰ ਦੇ ਲੋਕ ਆਉਂਦੇ, ਸ਼ਾਂਤੀ ਦੀ ਕਾਮਨਾ ਕਰਕੇ ਇੱਥੋਂ ਲੋਕ ਜਾਂਦੇ ਹੈ। ਇਸ ਹਰਿਮੰਦਰ ਸਾਹਿਬ ਨੂੰ ਕਿਸੇ ਢੰਗ ਨਾਲ ਵੀ ਵਾਇਲੈਂਸ ਦਾ ਕੇਂਦਰ ਨਹੀਂ ਬਣਨਾ ਚਾਹੀਦਾ, ਨਾ ਹੀ ਪੋਲੀਟੀਕਲ ਤੌਰ ਦੇ ਉੱਤੇ ਇਸ ਨੂੰ ਆਪਣੇ ਸੌੜੇ ਹਿੱਤਾਂ ਦੇ ਵਾਸਤੇ ਇਸ ਹਰਿਮੰਦਰ ਸਾਹਿਬ ਨੂੰ ਵਰਤਣਾ ਚਾਹੀਦਾ। ਅਨਫਾਰਚੂਨੇਟਲੀ ਸਭ ਕੁਝ ਹੋਇਆ। ਹਰਿਮੰਦਰ ਸਾਹਿਬ ਦੇ ਅੰਦਰ ਹਥਿਆਰਬੰਦ ਲੋਕ ਬੈਠ ਗਏ, ਜਿਹੜੇ ਬਾਹਰੋਂ ਵਿਦੇਸ਼ੀਆਂ ਦੇ ਨਾਲੋਂ, ਪਾਕਿਸਤਾਨ ਨਾਲੋਂ ਸਾਡੇ ਦੁਸ਼ਮਣ ਜਿਹੜੇ ਦੇਸ਼ ਕੰਟਰੀ ਸੀਗੀ ਉਹਨਾਂ ਵੱਲੋਂ ਹੈਲਪ ਮਿਲਦੀ ਰਹੀ ਉਹਨਾਂ ਨੂੰ, ਕਿਲਿੰਗ ਕਰਕੇ ਬਾਹਰ ਬਹੁਤ ਫੇਰ ਉੱਥੇ ਅੰਦਰ ਜਾਂਦੇ ਰਹੇ। ਅਨਫਾਰਚੂਨੇਟਲੀ ਸਟੇਟ ਫੇਲਰ ਸੀ, ਸਟੇਟ ਦੀ ਫੇਲਰ ਸੀ, ਬਾਹਰੋਂ ਕੰਟਰੋਲ ਨਹੀਂ ਹੋਇਆ। ਉਹ ਕਹਾਣੀ ਵੱਧ ਗਈ ਲੰਬੀ ਚੌੜੀ। ਅਲਟੀਮੇਟਲੀ ਹੋਇਆ ਕਿ ਫੌਜਾਂ ਨੇ ਉੱਥੇ ਆ ਕੇ ਹਮਲਾ ਕਰਨਾ ਪਿਆ। ਫੌਜਾਂ ਨੇ ਹਮਲਾ ਕੀਤਾ। ਇਹ ਅਸੀਂ ਕਮਿਊਨਿਸਟ ਪਾਰਟੀ ਨੇ ਉਦੋਂ ਵੀ ਕਿਹਾ ਸੀ, ਹੁਣ ਵੀ, ਅਨਫਾਰਚੂਨੇਟ ਘਟਨਾ ਸੀ, ਬਹੁਤ ਹੀ ਮਾੜੀ ਘਟਨਾ ਸੀ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਤਰੀਕੇ ਜਿਹੜੇ ਇਸਤੇਮਾਲ ਕਰਨੇ ਚਾਹੀਦੇ, ਘੇਰਾਬੰਦੀ ਕਰਨੀ ਚਾਹੀਦੀ ਸੀ। ਅੰਦਰ ਹਥਿਆਰਬੰਦ ਜਾਣਾ ਬਹੁਤ ਗਲਤ ਸੀ, ਵਾਇਲੈਂਸ ਕਰਕੇ ਅੰਦਰ ਜਾਣਾ ਬਹੁਤ ਗਲਤ ਸੀ, ਪਰ ਉਹਨੂੰ ਚਾਰ ਸਪੇਰੋ ਘੇਰਾਬੰਦੀ ਹੋਰ ਬਹੁਤ ਸਾਰੇ ਦਾਅ ਪੇਚ ਬਣਾਏ ਜਾ ਸਕਦੇ, ਪਰ ਇਹ ਟੈਕਟੀਕਲੀ ਬਹੁਤ ਹਿਸਟੋਰੀਕਲੀ ਮਿਸਟੇਕ ਸੀ ਜਾ ਕੇ ਹਰਿਮੰਦਰ ਸਾਹਿਬ ਨੂੰ ਲੋਕਾਂ ਦੇ, ਇਕੱਲੇ ਸਿੱਖਾਂ ਦੇ ਨਹੀਂ, ਦੁਨੀਆ ਭਰ ਦੇ ਲੋਕਾਂ ਦੇ ਜਿਹੜੇ ਜਜ਼ਬਾਤ ਸੀ ਵਿਰੁੱਧ ਰਹਿ ਗਏ ਹਮਲੇ ਕਰਨ ਦੇ ਨਾਲ। ਉਹਦੇ ਰਿਜ਼ਲਟ ਵੱਲੋਂ ਕੁਦਰਤੀ ਗਾਂ ਚੇਨ ਬਣ ਗਈ। ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ। ਕਤਲ ਤੋਂ ਬਾਅਦ ਜੋ ਕੁਛ 1984 'ਚ ਦੰਗੇ ਹੋਏ ਹਿੰਦੁਸਤਾਨ 'ਚ, ਆਪਣੇ ਸਾਰੇ ਇੰਡੀਆ 'ਚ ਹੋਏ, ਖਾਸ ਤੌਰ 'ਤੇ ਦਿੱਲੀ ਵਗੈਰਾ ਤਾਂ ਬਹੁਤ ਜ਼ਿਆਦਾ ਹੋਏ, ਭਿਆਨਕ, ਔਰ ਤਬਾਹ ਕਰ ਦਿੱਤੇ ਗਏ ਵਿਚਾਰੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀਗਾ, ਮਾਰੇ ਗਏ, ਟੱਬਰਾਂ ਦੇ ਟੱਬਰ ਟਾਇਰ ਪਾ ਕੇ ਸਾੜ ਦਿੱਤੇ ਗਏ। ਕਮਿਊਨਲ ਫੋਰਸਸ ਜਿਹਦੇ ਵਿੱਚ ਸੱਜਣ ਕੁਮਾਰ ਵਰਗੇ ਜਾਂ ਪਾਇਲਟ ਵਰਗੇ ਅਜੇ ਵੀ ਉਹ ਕੇਸ ਚੱਲ ਰਹੇ ਹੈ। ਇਹ ਵੀ ਬੜੀ ਮਾੜੀ ਗੱਲ ਹੈ ਕਿ ਜਿਹੜੇ ਕਲਪਰੇਟ ਸੀਗੇ ਉਹ ਅਜੇ ਤੱਕ ਕਿਸੇ ਨੂੰ ਸਜ਼ਾ ਮਿਲੀ ਨਹੀਂ। ਇਹਦੇ ਨਾਲ ਹੋਰ ਵੀ ਸਿੱਖਾਂ ਨੂੰ ਕੁਦਰਤੀ ਤੌਰ 'ਤੇ, ਇੱਕ ਛੋਟੀ ਕਮਿਊਨਿਟੀ ਨੂੰ ਪਹਿਲਾਂ ਉਹਦੇ ਜਿਹੜੇ ਜਜ਼ਬਾਤ ਵਿਰੁੱਧ ਗਏ ਸੀ ਹੋਰ ਮਾਰੇ ਗਏ। ਇਹਦੇ ਨਾਲ ਹੋਰ ਬਹੁਤ ਵੱਡਾ ਘੱਲੂਘਾਰਾ ਹੋਇਆ ਉਹਦੇ ਕੁਦਰਤੀ ਤੌਰ ਦੇ ਉੱਤੇ, ਤੇ ਕਾਫੀ ਜਿਹੜੇ ਸੀ ਲੋਕਾਂ ਦੇ ਉਹਦੇ ਪ੍ਰਤੀਕਰਮ ਵੀ ਹੋਏ ਔਰ ਉਹਦਾ ਮਾੜੇ ਪ੍ਰਭਾਵ ਵੀ ਪਏ। 1984 ਦੇ ਅਸੀਂ ਉਹਨੂੰ ਨਿਖੇਧੀ ਕਰਦੇ ਹਾਂ ਜੋ ਕੁਛ ਹੋਇਆ। ਇੰਦਰਾ ਗਾਂਧੀ ਦਾ ਕਤਲ ਬਹੁਤ ਮਾੜੀ ਗੱਲ, ਕੋਈ ਸ਼ੱਕ ਨਹੀਂ, ਪਰ ਚੇਨ ਬਣੀ ਵੀ ਹੈ। ਔਰ ਉਹਦੇ ਨਾਲ ਜੋ ਕੁਛ ਸਿੱਖਾਂ ਦੇ ਨਾਲ ਹੋਇਆ, ਘੱਟ ਕਮਿਊਨਿਟੀ ਦੇ ਨਾਲ ਜਿਹੜੀ ਛੋਟੀ ਕਮਿਊਨਿਟੀ ਹੈ, ਉਹ ਬਹੁਤ ਹੀ ਵਾਕਈ ਇਤਿਹਾਸ ਵਿੱਚ ਇੱਕ ਬੜਾ ਕਾਲਾ ਧੱਬਾ। ਔਰ ਉਹਦੇ 'ਚ ਕਾਂਗਰਸੀ ਲੀਡਰ ਵੀ ਸੀ। ਉਹਦੇ 'ਚ ਆਪਣੇ ਆਪ ਨੂੰ ਜਿਹੜੇ ਬਚਾਉਣ ਦੀ ਕੋਸ਼ਿਸ਼ ਕਰਦੇ RSS ਜਿਹੜੇ ਸੀ, ਇਹ ਲਗਾਤਾਰ ਹੀ ਕੋਸ਼ਿਸ਼ ਕਰਦੀ ਰਹੀ ਹੈ, ਅਡਵਾਨੀ ਤੋਂ ਲੈ ਕੇ ਵਾਜਪਾਈ ਤੋਂ ਲੈ ਕੇ, ਵੀ ਛੇਤੀ ਹਮਲਾ ਕਰੋ, ਕਰਦੇ ਕਿਉਂ ਨਹੀਂ ਤੁਸੀਂ? ਹਰਿਮੰਦਰ ਸਾਹਿਬ ਤੇ ਸਾਰੇ ਉਕਸਾਇਆ ਗਿਆ। ਇਹ ਉਹ ਇਕੁਅਲੀ ਪਾਰਟ ਹੈ ਉਹਨਾਂ ਦੇ, ਇਹ ਇਕੁਅਲੀ, ਇਹ ਆਪਣੇ ਆਪ ਨੂੰ ਬਚਾ ਨਹੀਂ ਸਕਦੇ RSS ਵਾਲੇ, ਅੱਜ ਬਹੁਤ ਜੋ ਮਰਜ਼ੀ ਕਰਦੇ ਰਹਿਣ ਆਪਣੇ, ਇਹ ਇਕੱਠੇ ਮਾਰ ਇਹਨਾਂ ਨੇ ਸੀ। ਔਰ ਬੜਾ ਮਾੜੀ ਘਟਨਾ ਸੀ, ਉਹ ਨਿਖੇਧੀ ਕਰਦੇ ਆ, ਬਹੁਤ ਮਾੜੀ ਗੱਲ ਹੋਈ। ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਜਿਹੜੇ ਕਸੂਰਵਾਰ ਸੀ ਉਹਨਾਂ ਨੂੰ ਸਜ਼ਾ ਦਿੰਦੇ, ਕੁਛ ਨਾ ਕੁਛ ਸ਼ਾਂਤੀ ਲੋਕਾਂ ਨੂੰ ਮਿਲਦੀ। ਇਹ ਨਹੀਂ ਹੋਇਆ, ਇਹ ਵਾਕਈ ਧੱਕਾ ਅਸੀਂ ਸਮਝਦੇ ਹਾਂ। ਉਂਝ ਵੀ ਪੰਜਾਬ ਦੇ ਨਾਲ ਜਿਹੜੇ ਇਕੱਲੇ ਸਿੱਖਾਂ ਦੇ ਨਾਲ ਜੋੜੀਏ, ਪੰਜਾਬ ਦੇ ਨਾਲ ਵੈਸੇ ਹੀ ਪੰਜਾਬੀ ਹੈ, ਸਿੱਖ ਕਮਿਊਨਿਟੀ ਜ਼ਿਆਦਾ, ਸਿੱਖਾਂ ਮੰਨਣ ਵਾਲੇ ਜਿਹੜੇ ਹੈ ਜ਼ਿਆਦਾ, ਇਹਦੇ ਨਾਲ ਵੈਸੇ ਅਸੀਂ ਸਮਝਦੇ ਪੰਜਾਬ ਨਾਲ ਵਿਤਕਰਾ ਤਾਂ ਹੁੰਦਾ ਹੀ ਰਿਹਾ। ਪੰਜਾਬੀ ਸੂਬਾ ਬਹੁਤ ਦੇਰ ਬਾਅਦ, ਲੜਾਈ ਤੋਂ ਬਾਅਦ ਬਣਨਾ, ਫਿਰ ਕੋਈ ਸਪੈਸ਼ਲ ਪੈਕੇਜ ਨਾ ਦੇਣਾ, 3 ਲੜਾਈਆਂ ਲੜਨੀਆਂ ਪੰਜਾਬ ਨਾਲ। ਹੁਣ ਵੀ ਜਿਹੜਾ ਪੋਜੀਸ਼ਨ ਹੈ ਵੀ ਕੋਈ ਸਾਡੇ ਵੱਲ ਧਿਆਨ ਹੈ ਹੀ ਨਹੀਂ ਪੰਜਾਬ ਵੱਲ। ਮੇਰਾ ਇੱਕ ਹੋਰ ਸਵਾਲ ਹੈ ਕਿ ਸੰਨ 1984 ਦੇ ਵਿੱਚ ਤੁਸੀਂ ਕਿਸੇ ਰਾਜਨੀਤੀ ਪਾਰਟੀ ਸਪੋਰਟ ਕੀਤੀ ਸੀ? ਜੋ ਹਮਲਾ ਹੈ ਬਿਲਕੁਲ ਸਹੀ ਹੋਇਆ ਹਰਿਮੰਦਰ ਸਾਹਿਬ 'ਤੇ? ਅਸੀਂ ਕਿਤੇ ਵੀ ਨਹੀਂ ਕਿਹਾ ਵੀ ਇਹ ਸਹੀ ਹਮਲਾ ਹੋਇਆ। ਅਸੀਂ ਇਹਨੂੰ ਕਿਹਾ ਅਨਫਾਰਚੂਨੇਟ ਘਟਨਾ, ਬਹੁਤ ਮਾੜੀ ਘਟਨਾ ਹੋਈ ਹੈ, ਇਹਦੇ ਹੋਰ ਐਕਸ਼ਨ ਹੋਣੇ ਚਾਹੀਦੇ ਸੀਗੇ। ਅਸੀਂ ਕਿਤੇ ਵੀ ਸਪੋਰਟ ਨਹੀਂ ਕੀਤੀ ਅਸੀਂ ਹਰਿਮੰਦਰ ਸਾਹਿਬ 'ਤੇ ਹਮਲੇ ਦੀ, ਅਸੀਂ ਸਪੋਰਟ ਕਰੀਏ ਇਹ ਨਹੀਂ ਕਿਹਾ ਸੀ। ਅਨਫਾਰਚੂਨੇਟ ਕਿਹਾ, ਵਾਕਈ ਮਾੜੀ ਘਟਨਾ ਹੋਈ। ਉੱਥੇ ਅੰਦਰ ਬਹਿਣਾ ਵੀ ਅੱਤਵਾਦੀਆਂ ਦਾ, ਹਥਿਆਰਬੰਦ ਹੋਣਾ ਇਹ ਸੀਗਾ, ਔਰ ਫੌਜ ਤੋਂ ਹਮਲਾ ਕਰਨਾ, ਹਰਿਮੰਦਰ ਸਾਹਿਬ ਨੂੰ ਢਾਉਣਾ, ਇਹਨੂੰ ਵੀ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਵੀ ਗਲਤ, ਬਹੁਤ ਮਾੜਾ ਹੋਇਆ, ਜਿਹਦੇ ਨਾਲ ਸਾਡੀ ਚੇਨ ਬਣ ਗਈ ਔਰ ਸੈਂਟੀਮੈਂਟ ਲੋਕਾਂ ਦੇ ਵਿਰੁੱਧੇ ਗਏ ਸੀ। ਹਾਂ, ਜਿਸ ਤਰੀਕੇ ਨਾਲ ਇਹ ਸਾਰਾ ਹੁੰਦਾ, ਅੱਗੇ ਹਮਲਾ ਹੁੰਦਾ, ਉਸ ਤੋਂ ਬਾਅਦ 36 ਸਾਲ ਹੋ ਜਾਂਦੇ ਨੇ ਹੁਣ 2020 ਦੇ ਵਿੱਚ,
ਖਾਲਿਸਤਾਨ ਦੀ ਡਿਮਾਂਡ ਉੱਠਦੀ ਹੈ, ਉਸ ਤੋਂ ਪਹਿਲਾਂ ਵੀ ਉੱਠਦੀ ਹੋਈ ਹੈ। ਆਪਾਂ ਨੂੰ ਪਤਾ ਕਿ ਸਨ 47 ਦੇ ਵਿੱਚ ਜੋ ਜਵਾਹਰ ਲਾਲ ਨਹਿਰੂ ਨੇ ਵਾਅਦੇ ਕੀਤੇ ਸੀ ਸਿੱਖਾਂ ਦੇ ਨਾਲ ਕਿ ਅਲੱਗ ਤੁਹਾਨੂੰ ਖੇਤਰ ਦਿੱਤਾ ਜਾਏਗਾ, ਪੰਜਾਬੀ ਸੂਬਾ ਦਿੱਤਾ ਜਾਏਗਾ, ਜਿਹੜੀ ਭਾਸ਼ਾ ਪੰਜਾਬੀ ਹੋਏਗੀ, ਉਸ ਦੇ ਵਿੱਚੋਂ ਖਾਲਿਸਤਾਨ ਜਿਹੜਾ ਹੈਗਾ ਨਿਕਲ ਕੇ ਆਉਂਦਾ ਹੈ। ਜਦੋਂ ਇਹ ਵਾਅਦੇ ਨਹੀਂ ਪੂਰੇ ਕੀਤੇ ਜਾਂਦੇ, ਬਾਅਦ 'ਚ ਇੱਕ ਲੰਮਾ ਪ੍ਰੋਸੈਸ ਚੱਲਦਾ ਹੈ ਕਿ ਲੋਕੀ ਸਿੱਖ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ। ਤੁਹਾਨੂੰ ਲੱਗਦਾ ਕਿ ਖਾਲਿਸਤਾਨ ਦੀ ਡਿਮਾਂਡ ਕਰਨਾ ਸਿੱਖਾਂ ਵਾਸਤੇ ਬਿਲਕੁਲ ਸਹੀ ਹੈ? ਨਹੀਂ, ਅਸੀਂ ਕਦੇ ਵੀ ਸਪੋਰਟ ਨਹੀਂ ਕਰਾਂਗੇ, ਨਾ ਅਸੀਂ ਕੀਤੀ ਹੈ। ਖਾਲਿਸਤਾਨ ਦੀ ਡਿਮਾਂਡ ਕਰਨੀ ਅਸੀਂ ਪਹਿਲਾਂ ਦੇਖ ਲਿਆ। 24-25 ਹਜ਼ਾਰ ਪੰਜਾਬ ਮਾਂ ਦੇ ਪੁੱਤਰ ਜਿਹੜੇ ਸ਼ਹੀਦ ਹੋਏ, ਸਾਡੀ ਤਬਾਹੀ ਹੋਈ, ਬਹੁਤ ਵੱਡੀ ਨੁਕਸਾਨ ਹੋਇਆ। ਫਾਰਨ ਏਜੰਸੀਆਂ ਨੇ ਇਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਫਿਰਕੂ ਜਿਹੜੇ ਲੋਕ ਸੀ ਉਹਨਾਂ ਨੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਔਰ ਇਹਦੇ 'ਚ ਅਕਾਲੀ ਪਾਰਟੀ ਔਰ ਕਾਂਗਰਸ ਦੋਨੋਂ ਹੀ ਜ਼ਿੰਮੇਵਾਰ ਹੈ। ਮਿਸ ਹੈਂਡਲਿੰਗ ਕੀਤੀ ਹੈ। ਅਕਾਲੀਆਂ ਨੇ ਪਹਿਲਾਂ ਸੰਵਿਧਾਨ, ਆਪ ਪ੍ਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਪਾਲਣਾ, ਖਾਲਿਸਤਾਨ ਦੀ ਗੱਲ ਕਰਨੀ, ਸਿੱਖ ਸਟੇਟ ਦੀ ਗੱਲ ਕਰਨੀ, ਇਹ ਇੱਦਾਂ ਦੀਆਂ ਗੱਲਾਂ ਵੱਖਵਾਦੀ ਗੱਲਾਂ ਕਰਦੇ ਰਹੇ। ਜਦੋਂ ਪਾਵਰ ਆਉਂਦੇ ਉਹ ਛੱਡ ਜਾਂਦੇ ਆ ਸਾਰੀਆਂ ਗੱਲਾਂ। ਕੋਈ ਸ਼ੱਕ ਨਹੀਂ, ਸਾਡੇ ਨਾਲ ਪੰਜਾਬ ਦੇ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ। ਸਾਂਝੇ ਤੌਰ 'ਤੇ ਲੜਨਾ ਚਾਹੀਦਾ, ਪੰਜਾਬੀ ਸੂਬਾ ਪਹਿਲਾਂ ਦੇਣਾ ਚਾਹੀਦਾ ਸੀਗਾ। ਪੰਜਾਬੀ ਸੂਬਾ ਬਹੁਤ ਦੇਰ ਬਾਅਦ ਲੜ ਕੇ ਰਿਹਾ। ਕਮਿਊਨਿਸਟਾਂ ਨੇ, ਲੈਫਟ ਨੇ, ਫਤਿਹ ਸਿੰਘ ਨੇ, ਅਕਾਲੀ ਪਾਰਟੀ ਨੇ, ਨੋ ਡਾਊਟ ਰੋਲ ਹੈ ਪੰਜਾਬੀ ਸੂਬਾ ਬਣਾਉਣ 'ਚ। ਪਰ ਬਹੁਤ ਸਾਰੇ ਅਜੇ ਵੀ ਚੰਡੀਗੜ੍ਹ ਦਾ ਸਵਾਲ ਹੈ ਜਾਂ ਪੰਜਾਬੀ ਬੋਲਦੇ ਦਾ ਸਵਾਲ ਹੈ, ਫਿਰ ਕਦੇ ਪਾਣੀਆਂ ਦਾ ਸਵਾਲ ਹੈ, SBI ਦਾ ਸਵਾਲ ਆ ਗਿਆ। ਕਈ ਗੱਲਾਂ ਸਪੈਸ਼ਲ ਪੈਕੇਜ ਨਾ ਦੇਣਾ, ਸਾਡੇ ਵੱਲ ਧਿਆਨ ਨਾ ਕਰਨਾ, ਇਹ ਗੱਲਾਂ ਤਾਂ ਹੈਗੀਆਂ। ਅਸੀਂ ਲੜਦੇ ਹਾਂ, ਲੜਨਾ ਚਾਹੀਦਾ, ਪਰ ਅਸੀਂ ਖਾਲਿਸਤਾਨ ਮੰਗ ਕਰੀਏ, ਦੇਸ਼ ਨਾਲੋਂ ਵੱਖਰੇ ਹੋ ਜਾਈਏ। ਇਹ ਪਾਕਿਸਤਾਨ, ਉਹਨਾਂ ਨੇ ਧਰਮ ਦੇ ਆਧਾਰ ਦੇ ਉੱਤੇ ਪਾਕਿਸਤਾਨ ਬਣ ਗਿਆ। ਉਹ ਕਿੰਨੀ ਕੁ ਡਿਵੈਲਪਮੈਂਟ ਕਰ ਲਈ ਉਹਨਾਂ ਨੇ, ਕੀ ਵੱਖਰੀ ਕੀ ਚੀਜ਼, ਕੀ ਪ੍ਰਾਪਤੀ ਕਰ ਲਈ ਸਾਰੀ ਦੁਨੀਆ 'ਚ। ਅਸੀਂ ਕਹੀਏ ਵੀ ਸਾਡੇ ਹਿੰਦੁਸਤਾਨ ਨਾਲੋਂ ਖਾਲਿਸਤਾਨ ਜੇ ਵੱਖਰਾ ਕਰਕੇ ਤੁਸੀਂ ਕੀ ਕਰ ਲਓਗੇ? ਇੱਕ ਸਟੇਟ ਬਣਾ ਕੇ ਤੁਸੀਂ ਸਾਰੇ ਐਜ਼ ਏ ਹੋਰ ਹਿੰਦੁਸਤਾਨ ਨੂੰ ਇੱਕ ਐਸਾ ਸੂਬਾ ਬਣਾਓ ਵੀ ਸਿੱਖੀ ਦੇ ਸਿਧਾਂਤਾਂ ਦੇ ਮੁਤਾਬਕ ਗੁਰੂ ਨਾਨਕ ਦੇ ਮਿਸ਼ਨ ਜਿਹੜੇ ਹੈ, ਲਾਲੋਆਂ ਦਾ ਸਟੇਟ ਕਰ ਲਓ। ਇਕੱਲੇ ਪੰਜਾਬ ਨੂੰ ਕਿਉਂ ਕਹਿੰਦੇ, ਸਾਰੇ ਹਿੰਦੁਸਤਾਨ ਦੇ ਲਾਲੋਆਂ ਰਾਜ ਬਣਾਓ, ਗਰੀਬਾਂ ਨੂੰ ਲਿਆਓ, ਅੱਗੇ ਲਿਆਓ ਤੁਸੀਂ। ਜਿਸ ਰੋਂਗ, ਗਲਤ ਗੱਲ ਹੈ, ਫੁੱਟ ਪਾਊ ਹੈ, ਔਰ ਇਹ ਬਹੁਤ ਮਾੜੀ ਕਮਿਊਨਲ ਡਿਵੀਜ਼ਨ ਕਿਸਮ ਦੀ ਹੁੰਦੀ ਹੈ। ਔਰ ਲੋਕਾਂ ਦੇ ਜਿਹੜੇ ਮਸਲੇ ਜਿਹੜੇ ਹੈ, ਲੋਕਾਂ ਦੀ ਰੋਟੀ ਦਾ ਸਵਾਲ ਹੈ, ਰੁਜ਼ਗਾਰ ਦਾ ਸਵਾਲ ਹੈ, ਬੱਚਿਆਂ ਦੀ ਪੜ੍ਹਾਈ ਦਾ ਸਵਾਲ ਹੈ, ਸਿਹਤ ਸੇਵਾਵਾਂ ਦਾ ਸਵਾਲ ਹੈ। ਬੇਸਿਕ ਸਵਾਲ ਤਾਂ ਇਹ ਹੈ। ਤੁਸੀਂ ਖਾਲਿਸਤਾਨ ਬਣਾ ਕੇ ਫਿਰ ਇਹ ਊੜਿਆੜੇ ਤੋਂ ਸ਼ੁਰੂ ਕਰੋਗੇ, ਜ਼ੀਰੋ ਤੋਂ ਸ਼ੁਰੂ ਕਰੋ। ਸਾਨੂੰ ਸਿਹਤ ਚਾਹੀਦੀ, ਸਾਨੂੰ ਇਲਾਜ ਚਾਹੀਦਾ, ਸਭ ਕਰਦਾ। ਅਸੀਂ ਹੁਣੇ ਕਿਉਂ ਨਾ ਕਰੀਏ, ਸਾਰੇ ਦੇਸ਼ 'ਚ ਮੰਗ ਕਰੀਏ ਅਸੀਂ। ਉਹ ਪੁਰਾਣਾ ਟਾਈਮ ਚਲਾ ਗਿਆ। ਹੁਣ ਵੱਖਰੇ ਵੱਖਰੇ ਸੂਬੇ, ਵੱਖਰੇ ਸਟੇਟ ਬਣ ਜਾਣ। ਹਿੰਦੁਸਤਾਨ ਇੱਕ ਨੇਸ਼ਨ ਡਿਵੈਲਪ ਹੋ ਚੁੱਕੀ ਹੈ, ਔਰ ਇਹਦੇ ਸਾਰੇ ਸਮੁੱਚੇ ਤੌਰ 'ਤੇ ਅਸੀਂ ਸਾਰੇ ਲੋਕ ਲੜੀਏ ਡੈਮੋਕ੍ਰੈਟਿਕ, ਪੀਸ ਲਵਿੰਗ, ਸ਼ਾਂਤੀ ਵਾਲੇ, ਤਾਂ ਅਸੀਂ ਸਾਰੇ ਬਸ। ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਅਲੱਗ ਨੇਸ਼ਨ ਬਣ ਚੁੱਕੀ ਹੈ, ਫਿਰ ਜਿਹੜੇ 47 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ਸਿੱਖਾਂ ਨੂੰ ਕਿਹਾ ਸੀ ਕਿ ਅਲੱਗ ਤੁਹਾਨੂੰ ਅਸੀਂ ਸੂਬਾ ਦੇਵਾਂਗੇ, ਤੁਹਾਡਾ ਅਲੱਗ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਪਾਓਗੇ। ਬਾਅਦ ਵਿੱਚ ਉਸ ਤੋਂ ਬਾਅਦ ਲੀਡਰ ਜਾਂਦੇ ਵੀ ਨਹੀਂ ਕੁਝ ਸਾਲਾਂ ਬਾਅਦ ਕਿ ਤੁਸੀਂ ਇਹ ਸਾਡੇ ਨਾਲ ਵਾਅਦੇ ਕੀਤੇ ਸੀ, ਜੋ ਵਾਅਦੇ ਪੂਰੇ ਨਹੀਂ ਹੋਏ। ਤਾਂ ਜਵਾਹਰ ਲਾਲ ਨਹਿਰੂ ਨੇ ਗੱਲ ਕਹੀ ਸੀ, ਜੋ ਇਤਿਹਾਸ ਦੱਸਦਾ ਆਉਂਦਾ ਜਾਂ ਸਿੱਖ ਬੁੱਧੀਜੀਵੀ ਦੱਸਦੇ ਨੇ, ਉਹਨਾਂ ਨੇ 2 ਲਾਈਨਾਂ 'ਚ ਗੱਲ ਖਤਮ ਕਰ ਦਿੱਤੀ ਕਿ ਤਬ ਵਕਤ ਹੋਰ ਥਾ, ਅਬ ਵਕਤ ਹੋਰ ਹੈ, ਤਬ ਹਮ ਗੁਲਾਮ ਥੇ, ਅਬ ਹਮ ਆਜ਼ਾਦ ਹੈ, ਅਭੀ ਵਕਤ ਬਦਲ ਗਿਆ ਹੈ। ਤਾਂ ਇਸ ਤਰੀਕੇ ਨਾਲ ਫਿਰ ਜਵਾਹਰ ਲਾਲ ਨਹਿਰੂ ਕੋਈ ਕਹਿੰਦੇ ਨੇ ਜਾ ਕੇ, ਫਿਰ ਤੁਹਾਨੂੰ ਲੱਗਦਾ ਵੀ ਸਿੱਖ ਉੱਥੇ ਹੀ ਇਸ ਚੀਜ਼ ਨੂੰ ਲੈ ਕੇ ਡਿਮਾਂਡ ਖੜੀ ਹੋ ਜਾਂਦੀ ਹੈ ਵੀ ਅੱਜ ਸਾਡੇ ਵਾਅਦੇ ਮੁੱਕਰ ਗਏ ਨੇ, ਆਉਂਦੇ ਸਾਲ ਵਿੱਚ ਜੇ ਅਸੀਂ ਨਾਲ ਰਵਾਂਗੇ ਤਾਂ ਹੋਰ ਕਿਹੜੇ ਸਾਨੂੰ ਇਹੋ ਜਿਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੋ ਸਾਨੂੰ ਸਰਕਾਰ ਭੁਲਾ ਦੇਵੇਗੀ। ਦੇਖੋ ਜੀ, ਇਹ ਬਹੁਤ ਇੱਕ ਅੱਧੀ ਸਦੀ ਬੀਤ ਚੁੱਕੀ ਹੈ। ਦੇਸ਼ ਗਾਂਹ, ਦੁਨੀਆ ਗਾਂਹ ਜਾ ਚੁੱਕੀ, ਦੁਨੀਆ ਬਦਲ ਗਈ, ਬਹੁਤ ਜ਼ਿਆਦਾ ਬਦਲ ਗਈ। ਉਦੋਂ ਸਪਸ਼ਟ ਤੌਰ ਦੇ ਉੱਤੇ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਕਰਦੇ ਸੀ ਮਾਸਟਰ ਤਾਰਾ ਸਿੰਘ ਵਗੈਰਾ, ਉਹਨਾਂ ਨੇ ਨੈਚੁਰਲੀ ਹਿੰਦੁਸਤਾਨ 'ਚ ਜਾਣਾ ਸੀ। ਹਿੰਦੁਸਤਾਨ 'ਚ ਉਹਨਾਂ ਨੇ ਚੋਣ ਕੀਤੀ ਹੈ। ਇਹ ਠੀਕ ਹੈ। ਅਸੀਂ ਕਹੀਏ ਵੀ ਕੋਈ ਖਾਲਿਸਤਾਨ ਜਾਂ ਇੱਦਾਂ ਦੀ ਕੋਈ ਵੱਖਰੀ ਸਟੇਟ ਬਣ ਜਾਵੇ, ਸਿੱਖ ਸਟੇਟ ਬਣ ਜਾਵੇ, ਦਿਸ ਇਜ਼ ਰੋਂਗ। ਹਾਂਜੀ, ਹਾਂ, ਆਟੋਨੋਮਿਕਸ ਨਹਿਰੂ ਨੇ ਕਿਹਾ ਸੀ ਆਟੋਨਮੀ ਮਿਲਣੀ ਚਾਹੀਦੀ ਹੈ। ਉਹ ਅਸੀਂ ਹੁਣ ਵੀ ਕਹਿੰਦੇ ਹਾਂ ਫੈਡਰਲ ਢਾਂਚੇ ਦੇ ਵਿੱਚ ਦਿੱਤੀ ਜਾ ਸਕਦੀ। ਫੈਡਰਲ ਢਾਂਚੇ 'ਚ ਬਹੁਤ ਸਾਰੇ ਸਵਾਲ ਜਿਹੜੇ ਹੱਲ ਕੀਤੇ ਜਾ ਸਕਦੇ, ਪਰ ਸਾਡਾ ਤਾਂ ਦੇਸ਼ ਤਾਂ ਸਾਡਾ ਕਾਂਗਰਸ ਨੇ ਵੀ ਫੈਡਰਲ ਢਾਂਚੇ ਨੂੰ ਤਬਾਹ ਕੀਤਾ, ਔਰ ਇਹਨਾਂ ਨੇ BJP ਤਾਂ ਬਿਲਕੁਲ ਹੀ ਟੋਟਲੀ ਡਿਸਮਿਸ ਕਰਤਾ। 370 ਨੂੰ ਉਡਾ ਦੇਣਾ, ਫਿਰ ਦੂਜੇ ਸੂਬਿਆਂ ਦੇ ਅਧਿਕਾਰ ਖੋਹ ਲੈਣੇ, ਆਟੋਨਮੀ ਦੀ ਗੱਲ ਹੀ ਨਹੀਂ, ਫੈਡਰਲ ਢਾਂਚਾ ਹੀ ਨਹੀਂ ਰਹਿਣ ਦਿੱਤਾ ਇਹਨਾਂ ਨੇ ਤਾਂ। ਇਸ ਕਰਕੇ ਖਾਲਿਸਤਾਨ ਦੇ ਨੈਵਰ ਸਪੋਰਟ, ਨਾ ਅੱਜ ਦੀ ਇੱਕ ਪੁਰਾਣੀ ਜਿਹੜੀ ਚੀਜ਼ ਹੈ, ਨਾ ਹੀ ਪੰਜਾਬ ਦੇ ਲੋਕਾਂ ਨੇ, ਪੰਜਾਬੀਆਂ ਨੇ, ਸਿੱਖ ਓਵਰਵੈਲ ਮੈਜੋਰਟੀ ਦੇ ਡੋਂਟ ਵਾਂਟ ਖਾਲਿਸਤਾਨ ਐਟ ਆਲ। ਇਹ ਇੱਕ ਪੂੰਜੀਵਾਦ ਜਾਂ ਫਿਊਡਲ ਢਾਂਚੇ ਦੀ ਜਿਹੜੀ ਹੈ ਵਿਦੇਸ਼ੀ ਸਪੋਰਟ ਦੇ ਨਾਲ ਇਹ ਸਾਡੇ ਆਮ ਲੋਕਾਂ ਦੇ ਮਸਲੇ ਜਿਹੜੇ ਆ, ਲਾਲੂਆਂ ਦੇ ਮਸਲੇ, ਗਰੀਬਾਂ ਦੇ ਮਸਲੇ ਆ, ਉਹਨਾਂ ਨੂੰ ਫਿਰ ਪਿੱਛੇ ਪਾਉਣ ਦੀ ਗੱਲ ਹੈ। ਅਸੀਂ ਤਾਂ ਲੜਾਈ ਤਾਂ ਇਸ ਕਰਕੇ ਲੜ ਰਹੇ ਹਾਂ ਵੀ ਲਾਲੂਆਂ ਦਾ ਰਾਹ ਸਾਰੇ ਮੁਲਕ 'ਚ ਹੋਵੇ, ਇਕੱਲੇ ਪੰਜਾਬ 'ਚ ਵੀ ਕਿਉਂ ਹੋਵੇ। ਸਾਰੇ ਜਿਸ ਤਰੀਕੇ ਨਾਲ ਬਿਆਨ ਆ ਜਾਂਦਾ, ਪਰਸੋਂ ਬਿਆਨ ਆਇਆ ਗਿਆਨੀ ਹਰਪ੍ਰੀਤ ਸਿੰਘ ਦਾ ਕਿ ਜੇ ਸਰਕਾਰ ਦੇਵੇ ਖਾਲਿਸਤਾਨ ਤਾਂ ਉਹਨਾਂ ਨੂੰ ਲੈਣ ਵਿੱਚ ਗੁਰੇਜ਼ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਅੰਨਾ ਕੀ ਭਾਲੇ ਚਾਰ ਅੱਖਾਂ। ਫਿਰ ਤੁਹਾਨੂੰ ਲੱਗਦਾ ਕਿ ਜੋ ਉਹਨਾਂ ਨੇ ਬਿਆਨ ਦਿੱਤਾ ਬਿਲਕੁਲ ਸਹੀ ਦਿੱਤਾ? ਅਸੀਂ ਕਹਿੰਦੇ ਬਹੁਤ ਹੀ ਮਾੜਾ, ਅਨਫੋਰਚੂਨੇਟ ਹੈ, ਮੰਦਭਾਗੀ ਹਾਲਤ। ਗੱਲ ਇਹ ਨਹੀਂ ਕਰਨੀ ਚਾਹੀਦੀ। ਮੁੜ ਕੇ ਫਿਰ ਤੁਸੀਂ
ਇੱਕ 22-23 ਹਜ਼ਾਰ ਲੋਕਾਂ ਸ਼ਹੀਦ ਕਰਵਾ ਕੇ ਮਸਾਂ ਸ਼ਾਂਤੀ ਕਾਇਮ ਕੀਤੀ ਪੰਜਾਬ 'ਚ। ਹੁਣ ਫਿਰ ਤੁਸੀਂ ਅੱਗ ਲਾਉਣਾ ਚਾਹੁੰਦੇ ਆ? ਫਿਰ ਖਾਲਿਸਤਾਨ ਦੀ ਗੱਲ ਕਿਉਂ ਸ਼ੁਰੂ ਕਰੀਏ ਅਸੀਂ? ਕਿੰਨੀ ਦੂਰ ਤਬਾਹ ਹੋ ਗਈ ਹੈ। ਔਰ ਇਹਦੇ 'ਚ ਅਸੀਂ ਸਮਝ ਇਕੱਲਾ ਹਰਪ੍ਰੀਤ ਸਿੰਘ ਨਹੀਂ, ਨਾਲ ਕਾਂਝਲਾ ਸਾਹਿਬ ਵੀ ਹੈ, ਐਜੀਬੀਸੀ ਦੇ ਪ੍ਰਧਾਨ ਹੈ। ਉਹ ਕਹਿ ਰਹੇ ਵੀ ਜੇ ਸਾਨੂੰ ਜੇ ਦੇਣਗੇ ਤਾਂ ਅਸੀਂ ਖੁਸ਼ੀ ਨਾਲ ਲਵਾਂਗੇ। ਅਸੀਂ ਖਾਲਿਸਤਾਨ ਤੁਸੀਂ ਲਓਗੇ। ਤੁਹਾਡੀ ਬੀਬੀ ਹਰਸਿਮਰਤ ਕੌਰ ਬੈਠੀ ਸੈਂਟਰ 'ਚ, ਪ੍ਰਧਾਨ ਮੰਤਰੀ ਦੇ ਨਾਲ ਬੈਠੀ ਹੈ, ਸੈਂਟਰ ਦੇ ਵਿੱਚ ਹੈ, ਤੁਸੀਂ ਉਹਨਾਂ ਦੇ ਨੁਮਾਇੰਦੇ ਹੋ। ਅਸੀਂ ਇਹ ਵੀ ਮੰਗ ਕਰਾਂਗੇ ਅਕਾਲੀ ਪਾਰਟੀ ਤੋਂ ਵੀ ਤੁਸੀਂ ਜੇ ਇਨਪਾਵਰ ਨਹੀਂ ਤਾਂ ਹਮੇਸ਼ਾ ਤੁਸੀਂ ਇਹ ਫੁੱਟ ਪਾਊ ਤੇ ਉਹੀ ਅੱਗ ਲਾਉਣ ਦੀ ਗੱਲ ਕਰਦੇ, ਚੁਆਤੀ ਲਾ ਦਿੰਦੇ ਆ, ਮਗਰੋਂ ਫਿਰ ਕਹਿੰਦੇ ਸ਼ਾਂਤੀ ਚਾਹੀਦੀ ਹੈ। ਹਮੇਸ਼ਾ ਹੀ ਤੁਸੀਂ ਹੁਣ ਫੇਰ ਸ਼ੁਰੂ ਕਰ ਦਿੱਤਾ ਹੈ। ਦਿਸ ਇਜ਼ ਵੈਰੀ ਅਨਫੋਰਚੂਨੇਟ। ਅਸੀਂ ਡਟ ਕੇ ਨਿਖੇਧੀ ਕਰਦੇ ਹਾਂ ਔਰ ਜਵਾਬ ਦੇਣਾ ਚਾਹੀਦਾ। ਹੈਰਾਨੀ ਦੀ ਗੱਲ ਇਹ ਹੈ, RSS ਵਾਲੇ ਜਿਹੜੇ ਰਾਜ ਕਰ ਰਹੇ BJP, ਉਹ ਤਾਂ ਕਹਿ ਰਹੇ ਹਿੰਦੂ ਸਟੇਟ ਬਣਾਉਣੀ ਹੈ, ਇਹ ਕਹਿੰਦੇ ਖਾਲਿਸਤਾਨ ਬਣਾਉਣੀ ਹੈ। ਇਹ ਅੱਗ ਲਾਉਣ ਵਾਲੀਆਂ ਫਿਰਕੂ ਭਾਵਨਾ ਜਿਹੜੀਆਂ ਦੋਵੇਂ ਇਕੱਠੀਆਂ ਕਿਵੇਂ ਬੈਠੀਆਂ? ਦੋਵੇਂ ਜਵਾਬ ਦੇਣ ਵੀ ਆਇਆ ਵੀ ਖਾਲਿਸਤਾਨ ਜੇ ਤੁਸੀਂ ਦੇਣ ਨੂੰ ਤਿਆਰ ਹੈ, ਜਾਂ ਖਾਲਿਸਤਾਨ ਦੀ ਗੱਲ ਜਿਹੜੀ ਇਹ ਕਹਿ ਰਹੇ ਅਕਾਲੀ ਪਾਰਟੀ ਵਾਲੇ, ਤੁਸੀਂ ਇਹਦੇ ਨਾਲ ਸਹਿਮਤ ਹੋ? ਹਰਸਿਮਰਤ ਕੌਰ ਨੂੰ ਵੀ ਜਵਾਬ ਦੇਣਾ ਚਾਹੀਦਾ ਔਰ BJP ਮੋਦੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ। ਮੇਰਾ ਇੱਕ ਹੋਰ ਸਵਾਲ ਹੈ ਕਿ ਜਿਸ ਤਰੀਕੇ ਨਾਲ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ, ਹੱਕਾਂ ਦੀ ਗੱਲ ਕੀਤੀ ਹੈ, ਫਿਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ, ਕੋਈ ਕਹਿੰਦੀ ਇਹਦੀ ਹੈ ਕਿ ਪੰਜਾਬ ਤੇ ਦਿੱਲੀ ਦੀ ਕਦੀ ਬਣੀ ਨਹੀਂ ਆਪਸ ਦੇ ਵਿੱਚ। ਜਦੋਂ ਵੀ ਪੰਜਾਬ ਦੀ ਕੋਈ ਗੱਲ ਉੱਠਦੀ ਹੈ, ਦਿੱਲੀ ਦੇ ਵਿੱਚ ਦਬਾਅ ਦਿੱਤੀ ਜਾਂਦੀ ਹੈ। ਦਿੱਲੀ ਪੰਜਾਬ ਨੂੰ ਆਪਣੇ ਹੱਕ ਨਹੀਂ ਬਣਨ ਦਿੰਦਾ। ਜੇ ਹੱਕ ਨਹੀਂ ਮਿਲਣਗੇ ਤਾਂ ਜੇ ਹੱਕ ਨਹੀਂ ਮਿਲਣਗੇ, ਲੰਮੇ ਪ੍ਰੋਟੈਸਟ ਵੀ ਚੱਲਦੇ ਆਏ ਨੇ ਪੰਜਾਬ 'ਚ। ਸਿੱਖਾਂ ਨੇ ਵੀ ਕੁਰਬਾਨੀਆਂ ਕੀਤੀਆਂ ਨੇ, ਪੰਜਾਬ ਦੇ ਬਾਕੀ ਹੋਰ ਦਾਦਿਆਂ ਨੇ ਵੀ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ। ਫਿਰ ਇਸ ਤਰੀਕੇ ਨਾਲ ਜੇ ਪੰਜਾਬ ਨਾਲ ਵਿਤਕਰਾ ਹੁੰਦਾ ਹੈਗਾ, ਫਿਰ ਤੁਹਾਨੂੰ ਲੱਗਦਾ ਕੋਈ ਨਾ ਕੋਈ ਮੰਗ ਉੱਠਦੀ ਰਹੇਗੀ, ਐਵੇਂ ਆਉਣ ਵਾਲੇ ਸਮੇਂ ਵਿੱਚ ਉੱਠਦੀ ਰਹੂਗੀ। ਜੇ ਖਾਲਿਸਤਾਨ ਦੀ ਉਹ ਡਿਮਾਂਡ ਕਰਦੇ ਨੇ, ਫਿਰ ਸਰਕਾਰ ਨੂੰ ਵੀ ਕੋਈ ਜਵਾਬ ਦੇਣਾ ਚਾਹੀਦਾ। ਦੇਖੋ ਜੀ, ਗੱਲ ਇਹ ਹੈ ਵੀ ਇਹ ਗੱਲ ਦਰੁਸਤ ਹੈ। ਪੰਜਾਬ ਨੂੰ ਜਿੱਦਾਂ ਇਸਤੇਮਾਲ ਕੀਤਾ ਗਿਆ ਨਾ, ਵਿਤਕਰਾ ਵਾਕਈ ਡਿਸਕ੍ਰਿਮੀਨੇਸ਼ਨ, ਇਹ ਵਿਤਕਰਾ ਮਤਈ ਮਾਂ ਵਾਲਾ ਸਲੂਕ ਸਾਡੇ ਨਾਲ ਹੋਇਆ ਪੰਜਾਬੀਆਂ ਨਾਲ, ਔਰ ਉਹਦੇ ਰਿਪਰਕਸ਼ਨ ਜਿਹੜੇ ਆ ਕਈ ਫੁੱਟ ਪਾਊ ਤਾਕਤਾਂ ਉਹਦਾ ਫਾਇਦਾ ਉਠਾਉਂਦੀਆਂ। ਹੁਣ ਮਿਸਾਲ ਤੌਰ ਤੇ 3 ਲੜਾਈਆਂ ਲੜੀਆਂ ਇੱਥੇ, 3 ਲੜਾਈਆਂ ਲੜੀਆਂ ਤੇ ਫਿਰ ਪੰਜਾਬ ਨੂੰ ਤੁਸੀਂ ਫਿਰ ਅੱਤਵਾਦੀ ਲੜਾਈ ਵੀ ਲੜੀ, ਕਿੰਨੇ ਲੋਕ ਸ਼ਹੀਦ ਹੋ, ਕਿੰਨੀ ਇਕਨੋਮੀ ਤਬਾਹ ਹੋਈ। ਤੇ ਤੁਸੀਂ ਸੈਂਟਰ ਵਾਲੇ ਜਾਂ ਕੇਂਦਰ, ਭਾਵੇਂ ਕਾਂਗਰਸ ਹੋਵੇ ਜਾਂ BJP, ਕੁਛ ਵੀ ਸਰਕਾਰ ਹੋਵੇ, ਹੁਣ ਤਾਂ ਅਕਾਲੀਆਂ ਦੀ ਵੀ ਸਰਕਾਰ ਹੈ, ਵੀ ਧਿਆਨ ਹੀ ਨਾ ਦੇਣ। ਮਿਸਾਲ ਤੌਰ ਤੇ ਇਹ ਸਾਰੇ ਕਾਰਨਾਂ ਕਰਕੇ ਹੀ ਪੌਣੇ 2 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਅਸੀਂ ਬੜੀ ਦੇਰ ਤੋਂ ਕਹਿ ਰਹੇ ਹਾਂ ਵੀ ਸਾਰੀਆਂ ਪਾਰਟੀਆਂ ਨੂੰ, ਪੰਜਾਬ ਦੇ ਲੋਕਾਂ ਨੂੰ, ਅਕਾਲੀ, ਕਾਂਗਰਸ ਔਰ ਕਮਿਊਨਿਸਟ, ਸਾਰਿਆਂ ਲੈਫਟ ਨੂੰ ਮਿਲ ਕੇ, BJP ਨੂੰ ਸਮੇਤ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਜਾ ਕੇ ਤੁਸੀਂ ਹੁਣ ਸਾਂਝੇ ਹੋ। ਹਰਸਿਮਰਤ ਕੌਰ ਵੀ ਸਾਡੀ ਮਿਨਿਸਟਰ ਹੈ, ਤੇ ਹੁਣੇ ਪੈਕੇਜ ਲੈ ਲਓ, ਕੋਈ 1.5 ਲੱਖ ਕਰੋੜ ਰੁਪਏ ਦਾ ਪੈਕੇਜ ਮਿਲੇ, ਪੰਜਾਬ ਨੂੰ ਕੋਈ ਸ਼ਾਂਤੀ ਆਵੇ, ਨੰਬਰ 1। ਦੂਜੀ ਗੱਲ ਹੈ, ਸਾਰੇ ਹਿੰਦੁਸਤਾਨ 'ਚ ਬੜੇ ਹੈਵੀ ਇੰਡਸਟਰੀ ਜਿਹੜੀ ਲਾਈ ਗਈ, ਪੰਜਾਬ ਦੇ ਨਾਲ ਕੋਈ ਵੀ ਵੱਡੀ ਇੰਡਸਟਰੀ ਲਾਈ, ਸਮਾਲ ਸਕੇਲ ਇੰਡਸਟਰੀ ਹੈ ਸਾਡੇ ਪੰਜਾਬ 'ਚ। ਕਿਸਾਨੀ ਦੇ ਸਿਰ ਤੇ ਕਿੰਨਾ ਚਿਰ ਬੈਠੇ ਰਹਾਂਗੇ? ਕਿਸਾਨਾਂ ਨੂੰ ਵੀ ਤੁਸੀਂ ਉਜਾੜ ਰਹੇ ਆ, ਉਹਨਾਂ ਦੇ ਵੀ ਸਾਡੇ ਸਾਰੇ ਆਰਡੀਨੈਂਸ ਜਾਰੀ ਕਰਕੇ ਜਿੰਨੇ ਹੱਕ ਹੋ ਰਹੇ ਜਿੰਨੇ ਵੀ ਹੈ, ਤੇ ਕਿਸਾਨੀ ਦੇ ਉੱਤੇ ਆਧਾਰਿਤ ਆ ਪੰਜਾਬ। ਸਾਰੇ ਹਿੰਦੁਸਤਾਨ ਨੂੰ ਅਸੀਂ ਇੱਕ ਖਜ਼ਾਨਾ, ਸਾਡਾ ਖੁਰਾਕ ਦਾ ਖਜ਼ਾਨਾ, ਤੇ ਜੇ ਤੁਸੀਂ ਉਹ ਵੀ ਮਾਰ ਦੇਣੇ ਤਾਂ ਫਿਰ ਨਾ ਤਾਂ ਇੰਡਸਟਰੀ ਲਾਉਣੀ ਹੈ, ਕਿਸਾਨਾਂ ਨੂੰ ਤੁਸੀਂ ਉਂਝ ਮਾਰ ਦੇਣਾ, ਪੈਕੇਜ ਕੋਈ ਦੇਣਾ ਨਹੀਂ ਤੁਸੀਂ, ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕਰਨੀਆਂ, ਪੰਜਾਬੀ ਤੁਸੀਂ ਲਾਗੂ ਨਹੀਂ ਹੋਣ ਦੇਣੀ, ਚੰਡੀਗੜ੍ਹ ਦੇਣਾ ਨਹੀਂ ਪੰਜਾਬ ਨੂੰ, ਪਾਣੀਆਂ ਦੇ ਸਵਾਲ 'ਤੇ ਰੇੜਕਾ ਪਾਈ ਜਾਣਾ, ਕਿਉਂ ਪਾਈ ਜਾਣਾ ਤੁਸੀਂ, ਪੰਜਾਬੀ ਬੋਲਦੇ ਇਲਾਕੇ ਦੇਣੇ ਨਹੀਂ। ਹਾਂਜੀ, ਇਹ ਸਾਰੇ ਮਸਲੇ ਆ ਜਿਹੜੇ ਸਾਡੇ ਨਾਲ ਨੈਚੁਰਲੀ, ਕੁਦਰਤੀ ਤੌਰ 'ਤੇ ਜਿਹੜੇ ਸਾਨੂੰ ਇਹ ਇਰੀਟੇਟ ਕਰਦੇ ਆ, ਸਾਨੂੰ ਦੁਖੀ ਕਰਦੇ ਆ ਪੰਜਾਬ ਦੇ ਲੋਕਾਂ ਨੂੰ। ਸਾਨੂੰ ਇਹ ਫੌਰੀ ਤੌਰ 'ਤੇ ਸਾਡੇ ਮਸਲੇ ਹੱਲ ਕਰਨੇ ਚਾਹੀਦੇ ਆ। ਔਰ ਅਕਾਲੀ ਤੇ BJP ਪੰਜਾਬ ਦੇ ਲੋਕਾਂ ਨੂੰ, ਸਣੇ ਕਾਂਗਰਸ ਨੂੰ, ਸਾਰਿਆਂ ਨੂੰ ਮਿਲ ਕੇ ਅਸੀਂ ਸਾਂਝੀ ਲੜਾਈ ਪੁਰਅਮਨ ਢੰਗ ਦੇ ਨਾਲ ਉਹਨਾਂ ਨੂੰ ਕਹੀਏ ਵੀ ਪ੍ਰਧਾਨ ਮੰਤਰੀ ਨੂੰ, ਸੈਂਟਰ ਦੀ ਸਰਕਾਰ ਤੁਹਾਡੀ, ਔਰ ਅਦਰਵਾਈਜ਼ ਪੰਜਾਬ ਦੇ ਲੋਕ ਲੜਨਗੇ। ਅਸੀਂ ਅਸੀਂ ਕਮਿਊਨਿਸਟ ਪਾਰਟੀ, ਜਿਹੜੇ ਪੰਜਾਬ ਵਾਲੇ ਕਮਿਊਨਿਸਟ ਹੈ, ਅਸੀਂ ਇਹਨਾਂ ਸਵਾਲਾਂ ਦੇ ਉੱਤੇ ਹਮੇਸ਼ਾ ਆਵਾਜ਼ ਉਠਾਉਂਦੇ ਰਹੇ, ਫਿਰ ਵੀ ਉਠਾਵਾਂਗੇ ਅਸੀਂ। ਮੈਂ ਇੱਕ ਆਖਰੀ ਸਵਾਲ ਤੁਹਾਨੂੰ ਇਹ ਹੈ ਕਿ ਕਮਿਊਨਿਸਟ ਪਾਰਟੀ, ਜਿਸ ਤਰੀਕੇ ਨਾਲ ਆਪਾਂ ਦੇਖਿਆ ਸੀ, ਕਾਫੀ ਲੰਮਾ ਸਮਾਂ ਇੱਕ ਇਤਿਹਾਸ ਦੇ, ਆਪਦਾ ਪਾਰਟੀ ਦਾ ਇਤਿਹਾਸ ਦੇ ਹੈ, ਮੁੱਦੇ ਵੀ ਤੁਸੀਂ ਉਠਾਉਂਦੇ ਆਏ ਹੋ। ਹੁਣ ਜੇ 2020 ਦੇ ਵਿੱਚ ਹੈਗੇ ਆ, ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨਾਲ ਵਿਚਰ ਅੱਗੇ ਜਾ ਕੇ, ਆਪਾਂ ਕਿਸ ਤਰੀਕੇ ਨਾਲ ਤੁਸੀਂ ਐਕਟਿਵ ਹੈਗੇ ਹੋ? ਜਾਂ ਹੁਣ ਜਿਵੇਂ ਤੁਸੀਂ ਗੱਲਬਾਤ ਕਰੀ ਸੀ, ਤੁਹਾਡੇ ਪੰਜਾਬ ਦੇ ਵਿੱਚ ਵੀ ਆਪਦੇ ਵਰਕਰ ਹੈਗੇ ਨੇ ਜੋ ਕੰਮ ਕਰਦੇ ਨੇ, ਜਦੋਂ ਵੀ ਇਸ ਚੀਜ਼ ਦੀਆਂ ਆਵਾਜ਼ਾਂ ਉੱਠਣਗੀਆਂ, ਜਾਂ ਜਦੋਂ ਵੀ ਖਾਲਿਸਤਾਨ ਦੀ ਆਵਾਜ਼ ਉੱਠੇਗੀ, ਜਾਂ ਜਦੋਂ ਵੀ ਪੰਜਾਬ ਦੇ ਨਾ ਹਿੱਤ ਦੇਣ ਦੀ ਆਵਾਜ਼ ਉੱਠੂਗੀ, ਤੁਸੀਂ ਪ੍ਰੋਟੈਸਟ ਕਰਦੇ ਰਹੋਗੇ? ਕਿਉਂਕਿ ਕੇਂਦਰ ਸਰਕਾਰ ਨੇ ਤਾਂ ਬੜਾ ਮਾੜਾ ਵਿਤਕਰਾ ਕੀਤਾ ਪੰਜਾਬ ਦੇ ਨਾਲ, ਚਾਹੇ ਕੇਂਦਰ ਵਿੱਚ ਕੋਈ ਵੀ ਸਰਕਾਰ ਰਹੀ ਹੋਵੇ। ਫਿਰ ਤੁਸੀਂ ਕਿਸ ਤਰੀਕੇ ਨਾਲ ਜਾ ਕੇ ਉਹਨਾਂ ਦਾ ਹੋਰ ਅੱਗੇ ਵਿਰੋਧ ਕਰੋਗੇ? ਅਸੀਂ ਪਹਿਲਾਂ ਵੀ ਉਠਾਉਂਦੇ ਰਹੇ, ਹੁਣ ਵੀ ਉਠਾਉਂਦੇ ਰਹੇ ਹਾਂ। ਅਸੀਂ ਕਮਿਊਨਿਸਟ ਤੇ ਪਹਿਲੀ ਗੱਲ ਆ ਵੀ ਅਸੀਂ ਜੋ ਪੰਜਾਬ ਦੇ ਮਸਲੇ ਸਾਂਝੇ ਤੌਰ 'ਤੇ ਸਾਨੂੰ ਲੈਣੇ ਚਾਹੀਦੇ ਕਿੰਨੇ ਆ।
ਜੇ ਸਾਂਝੇ ਤੌਰ ਤੇ ਅਸੀਂ ਕਹਿੰਦੇ ਆ ਕਮਿਊਨਿਸਟ ਪਾਰਟੀਆਂ ਨੂੰ ਤੁਸੀਂ ਜਿਹੜਾ ਸਵਾਲ ਕੀਤਾ ਵੀ ਆਪਣਾ ਬੇਸ ਬਣਾਉਣ ਵਾਸਤੇ ਇਹ ਸਾਰੇ ਪੰਜਾਬ ਦੇ ਮਸਲੇ ਲਵਾਂਗੇ ਔਰ ਬੇਸਿਕਲੀ ਕਿਸਾਨਾਂ ਦੇ ਮਜ਼ਦੂਰਾਂ ਦੇ ਔਰ ਮਿਡਲ ਕਲਾਸ ਦੇ ਜਿਹੜੇ ਆ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਸਿਹਤ ਦਾ ਸਵਾਲ ਐਜੂਕੇਸ਼ਨ ਸਵਾਲ ਅਸੀਂ ਇਹ ਲਗਾਤਾਰ ਲੈ ਰਹੇ ਹਾਂ। ਸਾਡਾ ਪੰਜਾਬ ਉੱਜੜ ਰਿਹਾ, ਇੰਡਸਟਰੀ ਦਾ ਹੈਵੀ ਇੰਡਸਟਰੀ ਚਾਹੀਦੀ ਹੈ, ਇੰਡਸਟਰੀ ਕਰਨੀ ਚਾਹੀਦਾ, ਕਿਸਾਨੀ ਬਚਾਉਣੀ ਚਾਹੀਦੀ ਹੈ, ਸਾਨੂੰ ਸਾਡੇ ਪੰਜਾਬ ਦੇ ਮਸਲੇ ਜਿਹੜੇ ਹੱਲ ਕਰਨੇ ਚਾਹੀਦੇ ਹੈ। ਇਹ ਸਵਾਲ ਲਗਾਤਾਰ ਲੈ ਕੇ ਜਾ ਰਹੇ ਲੋਕਾਂ 'ਚੋਂ। ਅਸੀਂ ਇਹਦੇ 'ਚ ਸਾਡੇ ਦੇਖੋ ਕਮਜ਼ੋਰੀ ਦਾ ਕਾਰਨ ਕਮਿਊਨਿਸਟਾਂ ਦੀ ਬਹੁਤ ਸਾਰੇ ਵੱਡੀ ਇੱਕ ਲੰਮੀ ਚੇਨ ਬਣ ਜਾਊਗੀ। ਸੋਵੀਅਤ ਯੂਨੀਅਨ ਦਾ ਡਿੱਗ ਪੈਣਾ ਦੁਨੀਆ ਕੌਮਾਂਤਰੀ ਪੱਧਰ ਦੇ ਉੱਤੇ ਉਹਦਾ ਨੁਕਸਾਨ ਕਮਿਊਨਿਸਟਾਂ ਨੂੰ ਹੋਇਆ ਔਰ ਅਸੀਂ ਫਿਰ ਦੁਰਗ ਸਰਵਾਈਵ ਕਰ ਰਹੇ ਹਾਂ, ਉੱਠ ਰਹੇ ਹਾਂ ਲਗਾਤਾਰ। ਸਾਡੇ ਤੇ ਅਟੈਕ ਵੀ ਆ ਰਿਹਾ ਸਰਮਾਏਦਾਰ ਦਾ, ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਕਾਲੀ ਹੋਣ। ਮੁੱਢ ਤੋਂ ਲਾ ਕੇ ਪ੍ਰਚਾਰ ਤਾਂ ਇਲੈਕਟ੍ਰੋਨਿਕ ਵੀਡੀਓ ਲਾ ਕੇ ਬੇਸਾਬਾ ਝੂਠਾ ਪ੍ਰਚਾਰ ਕਮਿਊਨਿਸਟਾਂ ਦੇ ਖਿਲਾਫ ਜਾ ਰਿਹਾ। ਹਥਿਆਰਬੰਦ ਹੈ, ਵਾਇਲੈਂਸ ਕਰਦੇ, ਰੱਬ ਨੂੰ ਨਹੀਂ ਮੰਨਦੇ, ਪਤਾ ਨਹੀਂ ਕੀ ਕੁਛ। ਜਦੋਂ ਕਿ ਅਸੀਂ ਸਭ ਤੋਂ ਵੱਧ ਗੁਰੂ ਨਾਨਕ ਨੂੰ ਅਸੀਂ ਮੰਨਦੇ ਹਾਂ, ਅਸੀਂ ਲਾਲੂਆ ਦੀ ਥਿਊਰੀ ਗੱਲ ਕਰਦੇ ਹਾਂ, ਅਸੀਂ ਲਾਲੂਆ ਰਾਜ ਚਾਹੁੰਦੇ ਹਾਂ। ਅਸੀਂ ਸਾਡੇ ਤੇ ਪ੍ਰਚਾਰ ਜਿਹੜਾ ਹੈ ਅਸੀਂ ਫਾਈਟ ਕਰ ਰਹੇ ਹਾਂ। ਔਰ ਇੱਕ ਸਾਡੀ ਕਮਜ਼ੋਰੀ ਇਹ ਵੀ ਹੈ ਕਿ ਅਸੀਂ ਕਮਿਊਨਿਸਟ ਜਿਹੜੇ ਹੈ ਅਸੀਂ ਡਿਵਾਈਡਡ ਹੈ। ਅਸੀਂ 8-9 ਕਮਿਊਨਿਸਟ ਪਾਰਟੀਆਂ ਬਣੇ। ਨਹੀਂ, ਫਿਰ ਤੁਹਾਨੂੰ ਲੱਗਦਾ ਨਹੀਂ ਕਿ ਜੇ ਤੁਸੀਂ ਜਿਵੇਂ ਫਾਈਟ ਕਰਦੇ ਹੋ, ਜਿਹੜੇ ਇੱਕ ਸਿੱਖ ਦਾਦਾ ਜਿਹੜਾ ਮੰਗ ਕਰਦੇ ਨੇ ਖਾਲਿਸਤਾਨ ਦੀ, ਉਹ ਵੀ ਫਾਈਟ ਕਰਦੇ ਨੇ, ਉਹ ਇਸ ਚੀਜ਼ ਲਈ ਫਾਈਟ ਕਰਦੇ ਨੇ ਕਿ ਸਾਨੂੰ ਵੀ ਹੱਕ ਦਿੱਤੇ ਜਾਣ। ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸਾਨੂੰ ਜਿਹੜੇ ਪੰਜਾਬ ਦੇ ਹੱਕ ਦਿੱਤੇ ਜਾਣ, ਉਹ ਵੀ ਕਹਿੰਦੇ ਨੇ ਪੰਜਾਬ ਦੇ ਹੱਕ ਦਿੱਤੇ ਜਾਣ, ਪਰ ਕੇਂਦਰ ਸਰਕਾਰ ਪੰਜਾਬ ਦੇ ਹੱਕ ਦਿੰਦੀ ਨਹੀਂ ਹੋ। ਜੇ ਗੱਲ ਆਪਾਂ ਪਿਛਲੇ ਕੁਝ ਇਤਿਹਾਸ ਦੀ ਵੀ ਗੱਲ ਕਰੀਏ, ਜਿਸ ਤਰੀਕੇ ਨਾਲ ਪੰਜਾਬ ਤੇ ਦਿੱਲੀ ਦਾ ਵਿਤਕਰਾ ਰਿਹਾ, ਜਦੋਂ ਵੀ ਜੇ 84 ਦੀ ਵੀ ਆਪਾਂ ਗੱਲ ਕਰ ਲਈਏ ਤਾਂ ਉਹ ਵੀ ਤਾਂ ਹੱਕ ਹੀ ਮੰਗਦੀ ਹੈ। ਜਾ ਕੇ ਤੁਸੀਂ ਹੱਕ ਮੰਗਣ ਦੀ ਗੱਲ ਕਰਦੇ, ਫਿਰ ਤੁਹਾਨੂੰ ਕੀ ਸਮੱਸਿਆ ਉਸ 'ਚ? ਵਿਜੇ ਜੀ, ਗੱਲ ਇਹ ਹੈ ਵੀ ਇਹ ਫਰਕ ਹੈ। ਇੱਕ ਫਰਕ ਹੈ ਵੀ ਦੇਸ਼ ਨਾਲੋਂ ਵੱਖਰਾ ਹੋ ਜਾਣਾ। ਅਸੀਂ ਦੇਸ਼ ਨੂੰ ਕੱਢ ਕੇ ਆਪਣਾ ਹਿੱਸਾ ਜਿਹੜਾ ਤੋੜ ਕੇ ਕੱਟ ਕੇ ਕਾਟਾ ਮਾਰ ਕੇ ਅਸੀਂ ਪੰਜਾਬ ਨੂੰ ਵੱਖਰਾ ਲੈ ਜੀ ਖਾਲਿਸਤਾਨ ਬਣ ਗਏ। ਅਸੀਂ ਇਹਦੇ ਖਿਲਾਫ ਹਾਂ ਡਟ ਕੇ। ਇੱਕ ਹੈ ਸਵਾਲ ਪੰਜਾਬ ਦੇ ਮਸਲੇ ਹੈ, ਲੋਕਾਂ ਦੇ ਮਸਲੇ ਹੈ, ਮਜ਼ਦੂਰਾਂ ਕਿਸਾਨਾਂ ਦੇ ਮਸਲੇ ਹੈ, ਪੰਜਾਬ ਨਾਲ ਵਿਤਕਰੇ ਦਾ ਸਵਾਲ ਹੈ। ਉਹ ਸਵਾਲ ਅਸੀਂ ਡਟ ਕੇ ਲੜਨਾ ਚਾਹੁੰਦੇ ਹਾਂ। ਪਰ ਵੱਖਰਾ ਕਰ ਲੈ, ਕਾਰਵ ਆਊਟ ਕਰ ਦਿਓ, ਦੇਸ਼ ਨੂੰ ਤੋੜ ਦਿਓ, ਇਹਦੇ ਅਸੀਂ ਕਿਤੇ ਵੀ ਨਹੀਂ ਹੱਕ 'ਚ ਰਹੇ। ਅਸੀਂ ਬਹੁਤ ਸ਼ਹੀਦ ਕਰਵਾਏ, ਬਹੁਤ ਸਾਰੇ ਲੋਕ, ਅਸੀਂ ਹੁਣ ਵੀ ਹੈ ਨਾ। ਇਹ ਮੰਗ ਹੈ, ਇਹ ਗਲਤ ਭਰਮ ਲੋਕਾਂ 'ਚ ਪਾਇਆ ਜਾ ਰਿਹਾ, ਇਹ ਜਾਣਬੁੱਝ ਕੇ ਠਾਉਣ ਦੀ ਪਤਾ ਨਹੀਂ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਲਿਸਤਾਨ ਦੀ। ਬਹੁਤ ਛੋਟੀ ਜੀ ਬਹੁਤ ਹੀ ਥੋੜ੍ਹੇ ਐਲੀਮੈਂਟ ਹੋਣਗੇ, ਕੁਛ ਗਿਣਤੀ ਦੇ ਹੋਣਗੇ ਜਿਹੜੇ ਫੋਰਨ ਏਜੰਸੀਆਂ ਦੇ ਰਾਹੀਂ ਅੱਜ ਵੀ ਬੈਠੇ, ਜਿਹੜੇ ਬਾਹਰੋਂ ਪੈਸਾ ਲੈ ਕੇ ਬਾਹਰ ਬੈਠੇ ਬੜੇ ਐਸ਼ ਕਰ ਰਹੇ ਬਾਹਰ, ਔਰ ਗੱਲਾਂ ਕਰ ਰਹੇ 2020 ਦੀਆਂ, 2020 ਦੀਆਂ ਗੱਲਾਂ ਕਰਦੇ, ਰੈਫਰੈਂਡਮ ਦੀਆਂ ਗੱਲਾਂ ਕਰਦੇ ਹੈ। ਹਾਂਜੀ, ਇੱਥੇ ਆ ਕੇ ਕਰਨ, ਫਿਰ ਆ ਕੇ ਅੱਗ ਲਾ ਕੇ ਬਾਹਰੋਂ ਅੱਗ ਲਾਉਣੀ ਸੌਖੀ ਹੈ, ਪੈਸੇ ਦੇ ਕੇ ਬੱਚਿਆਂ ਨੂੰ ਆ ਕੇ ਇੱਥੇ ਕਰਨ। ਅਸੀਂ ਵੇਖੀਏ ਫਿਰ ਕਿੰਨਾ ਤੁਸੀਂ ਲੜਦੇ ਹਾਂ ਵੀ ਪੰਜਾਬ ਦੇ ਲੋਕਾਂ ਨੂੰ। ਜੇ ਪੰਜਾਬ ਦੇ ਲੋਕ ਚਾਹਣਗੇ ਸਾਰੇ ਪੰਜਾਬੀ, ਫਿਰ ਅਸੀਂ ਮੰਨ ਲਾਂਗੇ। ਹੈ ਹੀ ਨਹੀਂ, ਪੰਜਾਬ ਦੇ ਲੋਕ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਆਪਣੇ ਹੱਥ ਸਾੜ ਚੁੱਕੇ ਹੈ, ਬੱਚੇ ਮਰਵਾ ਚੁੱਕੇ ਹੈ। ਖਾਲਿਸਤਾਨ ਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਨਾ ਇਹ ਗੱਲ ਹੋਣੀ, ਅਸੀਂ ਡਟ ਕੇ ਵਿਰੋਧ ਕਰਾਂਗੇ। ਇਹ ਗਲਤ ਹੱਥਾਂ ਤੇ ਨਹੀਂ ਚੜ੍ਹਨਾ ਚਾਹੀਦਾ। ਇਸ ਨਾਲ ਸਾਡੇ ਨਾਲ ਬੰਦ ਸਿੰਘ ਬਰਾੜ ਜੀ, ਜਿਨ੍ਹਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ, ਕਾਮਰੇਡ ਯਾਨੀ ਕਿ ਸਕੱਤਰ ਨੇ ਪੰਜਾਬ ਦੇ। ਇਹਨਾਂ ਨੇ ਸਾਫ਼ ਗੱਲ ਕਹੀ ਹੈ ਕਿ ਪੰਜਾਬ ਦੇ ਜਿਹੜੇ ਹੱਕ ਹੈਗੇ ਨੇ ਉਹ ਸੰਘਰਸ਼ ਕਰਨਾ ਪੈਣਾ, ਪਰ ਸੰਘਰਸ਼ ਹਥਿਆਰਾਂ ਨਾਲ ਨਹੀਂ ਕਰਨਾ ਪੈਣਾ, ਪ੍ਰੋਟੈਸਟ ਕਰਨੇ ਪੈਣੇ ਨੇ। ਤਾਂ ਖਾਲਿਸਤਾਨ ਦੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੱਲ ਕਹੀ ਸੀ ਕਿ ਜੇ ਸਾਨੂੰ ਕੇਂਦਰ ਸਰਕਾਰ ਦਿੰਦੀ ਤਾਂ ਅਸੀਂ ਖਾਲਿਸਤਾਨ ਲੈਣ ਵਿੱਚ ਗੁਰੇਜ਼ ਨਹੀਂ ਕਰਾਂਗੇ। ਇਹ ਉਸ ਬਿਆਨ ਦੀ ਨਿਖੇਧੀ ਕਰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਪੰਜਾਬ ਦਾ ਪਹਿਲਾਂ ਵੀ ਆਪਾਂ ਦੇਖੀ ਕਿ ਕਾਫੀ ਇੱਥੇ ਆਤੰਕਵਾਦ ਦਾ ਵੀ ਮਾਹੌਲ ਰਿਹਾ, ਕਾਫੀ ਇੱਥੇ ਮਾਵਾਂ ਦੇ ਕੁੱਖਾਂ ਵੀ ਉਜੜੀਆਂ ਨੇ, ਕਾਫੀ ਸਿੱਖ ਨੌਜਵਾਨ ਵੀ ਸ਼ਹੀਦ ਹੋਏ ਨੇ, ਹੋਰ ਬਰਾਦਰੀਆਂ ਦੇ ਵੀ ਜਿਹੜੇ ਨੌਜਵਾਨ ਉਹ ਸ਼ਹੀਦ ਹੋਏ ਨੇ। ਤਾਂ ਖਾਲਿਸਤਾਨ ਦੀ ਮੰਗ ਨੂੰ ਇਹ ਨਕਾਰਦੇ ਨੇ। ਕਹਿਣ ਦਾ ਭਾਵ ਹੈ ਕਿ ਇੱਥੇ ਰਹਿ ਕੇ ਪ੍ਰੋਟੈਸਟ ਕਰਨ, ਕੇਂਦਰ ਨੂੰ ਵਾਰ-ਵਾਰ ਜਾਗਰੂਕ ਕਰਨ, ਰੈਲੀਆਂ ਰਾਹੀਂ ਕਰਨ, ਹੋਰ ਪ੍ਰੋਟੈਸਟ ਕਰਕੇ ਜਾਗਰੂਕ ਕਰਨ, ਤਾਂ ਅੱਗੇ ਜਾ ਕੇ ਕਿਤੇ ਨਾ ਕਿਤੇ ਇੱਕ ਨਵਾਂ ਪੰਜਾਬ ਦੀ ਸਵੇਰ ਆ ਸਕਦੀ ਹੈ। ਸਭ ਦੀ ਆਪਣੀ ਆਪਣੀ ਵਿਚਾਰਧਾਰਾ ਹੈ, ਸਭ ਦੇ ਆਪਦੇ ਖਿਆਲ ਨੇ। ਜਿਵੇਂ ਇਹਨਾਂ ਦੇ ਖਿਆਲ ਨੇ ਕਿ ਖਾਲਿਸਤਾਨ ਨਹੀਂ ਬਣਨਾ ਚਾਹੀਦਾ, ਭਾਰਤ ਨਾਲ ਹੁਣ ਕੋਈ ਵੀ ਅਲੱਗ ਦੇਸ਼ ਉਹ ਨਹੀਂ ਬਣਨਾ ਚਾਹੀਦਾ, ਆਪਣੀ ਗੱਲ ਰਹਿ ਕੇ ਇੱਥੇ ਕਰਨ। ਉਹ ਜਿਹੜੇ ਬਾਹਰ ਖਾਲਿਸਤਾਨ ਦੀ ਗੱਲ ਕਰਦੇ ਨੇ, ਖਾਲਿਸਤਾਨ ਦੇ ਨਾਅਰੇ ਲਗਾਉਂਦੇ ਨੇ, ਇਹ ਵੀ ਇਹਨਾਂ ਦਾ ਕਹਿਣਾ ਕਿ ਇੱਥੇ ਆ ਕੇ ਗੱਲ ਕਰਨ। ਜਾਂ ਪੂਰੇ ਪੰਜਾਬ 'ਚ ਚਾਹੁੰਦਾ ਖਾਲਿਸਤਾਨ ਦੀ, ਫਿਰ ਹਮਾਇਤ ਕਰਨ ਨੂੰ ਤਿਆਰ ਨੇ। ਜੇ ਪੂਰਾ ਪੰਜਾਬ ਹੀ ਨਹੀਂ ਚਾਹੁੰਦਾ, ਕੁਛ ਅਦਾਰਾ ਚਾਹੁੰਦਾ, ਤੇ ਖਾਲਿਸਤਾਨ ਦੀ ਹਮਾਇਤ ਨਹੀਂ ਕਰਨ ਨੂੰ ਤਿਆਰ ਨੇ।